ਦੇ ਰਾਹੀਂ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਵੱਡਾ ਯੋਗਦਾਨ ਹੈ। ਪਹਿਲਾਂ ਅਸੀਂ ਧਰਨਿਆਂ ਦੇ ਵਿੱਚ ਇਕੱਲੇ ਬਜ਼ੁਰਗ ਸ਼ਾਮਲ ਹੁੰਦੇ ਸੀ, ਜੇ ਅੱਜ ਸਾਡੇ ਧਰਨਿਆਂ ਦੇ ਵਿੱਚ ਵੱਡਾ ਹਿੱਸਾ ਨੌਜਵਾਨਾਂ ਦਾ ਸ਼ਮੂਲੀਅਤ ਕੀਤੀ ਹੈ ਤਾਂ ਅਸੀਂ ਸਮਝਦੇ ਹਾਂ ਕਿ ਉਹ ਇਹਨਾਂ ਦੇ ਸਾਡੇ ਬੇਟਿਆਂ ਦੀ, ਸਾਡੇ ਭਾਈਆਂ ਦੀ, ਇਹਨਾਂ ਦੀ ਉਹ ਦੇਣ ਹੈ ਕਿ ਅਸੀਂ ਇਹਨਾਂ ਨੂੰ ਅੱਜ ਵਿੱਚ ਸ਼ਾਮਲ ਕੀਤਾ। ਨਾਲ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਗੀਤਕਾਰ ਆ, ਜਿੰਨੇ ਕਲਾਕਾਰ ਆ, ਉਹ ਜੋ ਅਸੀਂ ਪ੍ਰੋਗਰਾਮ ਦਿੱਤੇ ਹੋਇਆ ਹੈ, ਉਹ ਰੇਲਵੇ ਟਰੈਕ ਤੇ ਬੈਠੇ ਹਾਂ, ਅਸੀਂ ਵੱਡੇ ਜਾਮ ਲੱਗੇ ਆ, ਟੋਲ ਪਲਾਜ਼ਿਆਂ ਤੇ ਬੈਠੇ ਆ, ਰਿਲਾਇੰਸ ਦੇ ਪੰਪਾਂ ਤੇ ਬੈਠੇ ਆ, ਜਿਹੜੇ ਬਹੁਕੌਮੀ ਕੰਪਨੀ ਦੇ ਮਾਲ ਹੈ ਉਹਨਾਂ ਦਾ ਘਿਰਾਓ ਕੀਤਾ ਹੋਇਆ, ਬੀਜੇਪੀ ਦੇ ਘਰਾਂ ਦੇ ਅੱਗੇ ਧਰਨੇ ਲਾਏ ਹੋਇਆ। ਉਹਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਪੋਰਟਰ ਬਣ ਕੇ, ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਉਹ ਸਪੋਰਟ ਕਰਨਗੇ ਤੇ ਇਹਨੂੰ ਅਗਲੀ ਜਿਹੜੀ ਸਾਡੀ ਐਜੀਟੇਸ਼ਨਾਂ ਨੂੰ ਉਹਨੂੰ ਚਰਮ ਸੀਮਾ ਤੱਕ ਲੈ ਕੇ ਜਾਣ ਦੇ ਵਿੱਚ ਯੋਗਦਾਨ ਪਾਉਣ। ਜੀ ਜੀ ਬਿਲਕੁਲ ਸਾਡੀ ਸਹਿਮਤੀ। ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਜੀ, ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਜੀ 30 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ। ਸਾਡਾ ਜਿਹੜਾ ਅਸੀਂ ਪਿਛਲੀ ਮੀਟਿੰਗ 'ਚ ਸਮਰਥਨ ਦੇ ਕੇ ਗਏ ਸੀ ਕਿਸਾਨ ਜਥੇਬੰਦੀਆਂ ਨੂੰ, ਉਹ ਸਾਡਾ ਜਿਹੜਾ ਸਮਰਥਨ ਹੈ, ਕਿਉਂਕਿ ਇਸ ਸੰਘਰਸ਼ ਦਾ ਤੁਹਾਨੂੰ ਮੈਂ ਪਹਿਲਾਂ ਫਾਇਦਾ ਦੱਸ ਦੇਵਾਂ ਜੀ ਕੀ ਹੋਇਆ। ਲਗਾਤਾਰ ਕੇਂਦਰ ਤੋਂ ਕਦੇ ਕੋਈ ਉਹਨਾਂ ਦਾ ਸਿੱਖ ਫੇਸ ਪੰਜਾਬ 'ਚ ਆਉਂਦਾ, ਜਿਵੇਂ ਹਰਦੀਪ ਪੁਰੀ ਜੀ ਆਏ ਹੈ, ਜਾਂ ਕੋਈ ਸਾਨੂੰ ਚਿੱਠੀ ਪੱਤਰ ਜਿੱਦਾਂ ਕੱਲ੍ਹ ਤੋਂ ਮੀਡੀਆ ਚਲਾ ਰਿਹਾ ਕਿ ਦਿੱਲੀ ਤੋਂ ਸਾਨੂੰ ਚਿੱਠੀ ਆ ਗਈ, ਉਹਦਾ ਇਹਨਾਂ ਨੇ ਬਾਈਕਾਟ ਕਰਤਾ, ਕਿਉਂਕਿ ਉਹ ਚਿੱਠੀ ਹਿੰਦੁਸਤਾਨ ਗੌਰਮੈਂਟ ਦੀ ਨਹੀਂ ਹੈਗੀ, ਉਹ ਇੱਕ ਸਪੈਸ਼ਲ ਮਹਿਕਮੇ ਦੀ ਆ। ਜਦੋਂ ਤੱਕ ਸਾਡੇ ਨਾਲ ਗੌਰਮੈਂਟ ਗੱਲ ਨਹੀਂ ਕਰੂਗੀ ਉਦੋਂ ਤੱਕ ਅਸੀਂ ਦਿੱਲੀ ਨਹੀਂ ਜਾਵਾਂਗੇ। ਸੋ ਸਾਡਾ ਜਿਹੜਾ ਸਮਰਥਨ ਹੈ ਪ੍ਰੋਪਰ ਤੌਰ ਤੇ ਸਾਰੇ ਭਾਈਚਾਰੇ ਦਾ ਅਗਲੇ ਜਿੰਨੇ ਵੀ ਪ੍ਰੋਗਰਾਮ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਜੀ। ਅਸੀਂ ਤਾਂ ਜੀ ਦੇਖੋ ਅੱਜ ਮੁੱਦਾ ਹਰ ਇੱਕ ਬੰਦੇ ਦਾ ਇੱਕ ਹੈ, ਹੋ ਸਕਦਾ ਵਿਚਾਰਕ ਮਤਭੇਦ ਥੋੜੀ ਬਹੁਤੀ ਹੈ, ਉਹ ਵੀ ਪਰ ਗੱਲ ਨੇੜੇ ਲੱਗ ਗਈ ਸਾਡੀ। ਕੋਈ ਇਹ 'ਚ ਐ ਨਹੀਂ ਹੈਗਾ ਵੀ ਆਪਾਂ ਉਹਨੂੰ ਵੱਡਾ ਨਹੀਂ ਬਣਾ ਰਹੇ। ਜਦੋਂ ਮੰਜ਼ਿਲ ਹਰ ਇੱਕ ਬੰਦੇ ਦੀ ਇੱਕ ਹੈ, ਥੋੜੇ ਮੋਟੇ ਵਿਚਾਰਕ ਮਤਭੇਦ ਹੋ ਸਕਦੇ ਆ, ਉਹ ਵੀ ਅਸੀਂ ਗੱਲ ਨੇੜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਉਣ ਵਾਲੀ ਮੀਟਿੰਗ 'ਚ ਉਹ ਵੀ ਗੱਲ ਨੇੜੇ ਲੱਗ ਜੂਗੀ। ਅਸੀਂ ਇਕੱਠੇ ਸਾਰੇ ਇੱਕ ਮੰਚ 'ਤੇ ਤੁਹਾਨੂੰ ਮਿਲਾਂਗੇ। ਸਿੱਧਾ ਸਵਾਲ ਹੈ ਦੀਪ ਸਿੱਧੂ ਵਾਲਾ ਲੈ ਕੇ ਉਹਨੇ ਵੱਖਰਾ ਝੰਡਾ ਲਾ ਕੇ ਵੱਖਰਾ ਧਰਨਾ ਲਾ ਕੇ ਬੈਠਾ, ਕਿਉਂ ਨਾਲ ਉਹਨਾਂ ਦੇ ਮਨ ਬੈਠੇਗਾ? ਉਹ ਅਸੀਂ ਸਾਡੀ ਪੂਰਨ ਕੋਸ਼ਿਸ਼ ਹੈ ਜੀ, ਸਾਡੀ ਪੂਰਨ ਤੌਰ ਤੇ ਕੋਸ਼ਿਸ਼ ਹੈ ਜੀ, ਸਾਡੀ ਸਾਰੀ ਕੋਸ਼ਿਸ਼ ਹੈ ਜੀ ਵੀ ਅਸੀਂ ਜਿਹੜਾ ਵੀ ਬੰਦਾ ਇਹਨਾਂ ਸੰਘਰਸ਼ਾਂ 'ਚ ਨਿਕਲਿਆ ਹੋਇਆ ਆਪਦੇ ਘਰੋਂ ਵੀ ਉਹ ਸਾਡੇ ਨਾਲ ਮੰਚ ਤੇ ਜੁੜੇ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਜੀ ਕਨੂਪ੍ਰਿਆ ਜੀ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ, ਇੱਕ ਸਾਡੇ ਨਾਲ ਨਵਾਂ ਸੰਗਠਨ ਜੁੜਿਆ। ਉਵੇਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਲੈ ਕੇ ਆਈਏ, ਆਪਣੇ ਨਾਲ ਜੋੜੀਏ, ਕਿਉਂਕਿ ਸਾਡਾ ਕੰਮ ਨੌਜਵਾਨੀ ਦਾ, ਬਾਕੀ ਕੰਮ ਸਾਡੇ ਬਜ਼ੁਰਗਾਂ ਨੇ, ਬਜ਼ੁਰਗਾਂ ਨੂੰ ਪਿੰਡ ਵਾਲਿਆਂ ਨੂੰ ਜੋੜਿਆ ਹੋਇਆ। ਆਪਣੇ ਪੱਧਰ ਤੇ ਵਪਾਰੀ ਵਰਗ, ਚਾਹੇ ਉਹ ਮਜ਼ਦੂਰ ਭਰਾ ਨੇ, ਨੌਜਵਾਨ ਭਰਾਵਾਂ ਨੂੰ ਜੋੜਨ ਦਾ ਕੰਮ ਸਾਡਾ ਪਰਿਵਾਰ ਕਰ ਰਿਹਾ, ਜਿਹੜਾ ਇੰਡਸਟਰੀ ਹੈ। ਸੋ ਸਾਡੇ ਵੀਰ ਨਾਲ ਕੋਈ ਮਤਭੇਦ ਨਹੀਂ, ਉਹ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਇੱਕ ਸੰਘਰਸ਼ 'ਤੇ ਅਸੀਂ ਇਕੱਠੇ ਹੋਵਾਂਗੇ। ਇਹ ਸਾਰੇ ਸੰਘਰਸ਼ੋਂ ਇੱਕ ਗੱਲ ਲੋਕਾਂ ਨੂੰ ਲੱਗ ਰਹੀ ਹੈ ਕਿ ਹੋ ਸਕਦਾ ਕਿ ਪੰਜਾਬ ਨੂੰ ਬਦਲਵੀਂ ਰਾਜਨੀਤੀ ਮਿਲ ਜਾਵੇ, ਕੀ ਅਜਿਹੀ ਰੂਪਰੇਖਾ ਦੇ ਜਾ ਸਕਦੇ ਆ ਕਲਾਕਾਰ ਤੇ? ਨਹੀਂ, ਪਹਿਲਾਂ ਸਾਡਾ ਮੁੱਦਾ ਕਿਸਾਨੀ ਦਾ ਜੀ। ਰਾਜਨੀਤੀ ਸਾਡੂ ਨਾ ਅਸੀਂ ਕਰਨੀ ਹੈ ਜੀ, ਨਾ ਕੋਈ ਕਰਦਾ। ਸਾਡਾ ਟਾਰਗੇਟ, ਅਸੀਂ ਘਰੋਂ ਨਿਕਲੇ ਆ, ਜੇ ਸਾਰੇ ਭਰਾ ਘਰੋਂ ਨਿਕਲੇ ਨੇ ਤਾਂ ਬਿੱਲਾਂ ਨੂੰ ਰੱਦ ਕਰਾਉਣ ਵਾਸਤੇ ਨਿਕਲੇ ਨੇ। ਜਦੋਂ ਇਹ ਬਿੱਲ ਰੱਦ ਹੋ ਜਾਣਗੇ, ਪੰਜਾਬ ਦੇ ਇਹਨਾਂ ਦਿਨਾਂ 'ਚ ਬੜੇ ਬੁੱਧੀਜੀਵੀਆਂ ਨੇ, ਚਾਹੇ ਉਹ ਵਕੀਲ ਨੇ, ਚਾਹੇ ਐਕਟਰ ਨੇ, ਚਾਹੇ ਕੋਈ ਵੀ ਭਾਈਚਾਰਾ, ਪੰਜਾਬ ਦੇ ਬੜੇ ਮੁੱਦੇ ਨਿਕਲ ਕੇ ਸਾਡੇ ਸਾਹਮਣੇ ਆਏ ਨੇ, ਜਿਨ੍ਹਾਂ ਤੋਂ ਨੌਜਵਾਨੀ ਅਵੇਅਰ ਹੋਈ ਆ ਵੀ ਪੰਜਾਬ ਦੇ ਇਹ ਵੀ ਮੁੱਦੇ ਹੈਗੇ ਨੇ। ਪਰ ਅਸੀਂ ਉਹਨਾਂ ਨਾਲ ਸਹਿਮਤ ਹਾਂ, ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹਾਂ। ਪਰ ਸਾਡਾ ਪਹਿਲਾ ਮੁੱਦਾ ਕਿਸਾਨੀ ਦਾ, ਜਦੋਂ ਅਸੀਂ ਇਹ ਹੱਲ ਕਰਾ ਲਿਆ, ਉਦੋਂ ਬਾਅਦ ਸਟੈਪ ਟੂ ਸਟੈਪ ਅਸੀਂ ਦੁਬਾਰੇ ਉਹਨਾਂ ਨਾਲ ਜੁੜ ਕੇ ਕੋਸ਼ਿਸ਼ ਕਰਾਂਗੇ। ਅੱਛਾ ਇੱਕ ਮਿੰਟ, ਅੱਛਾ ਉਹਦੇ 'ਚ ਜੀ ਜਿਵੇਂ 7 ਜਿਹੜੇ ਮੈਂਬਰ ਅਸੀਂ ਦੇਣੇ ਆ, ਉਹ ਇਕੱਲੇ ਬਾਰ-ਬਾਰ ਮੈਂ ਕਹਿ ਰਿਹਾ ਵੀ ਜਿਹੜੇ ਸੋਸ਼ਲ ਵਰਕ ਕਰਦੇ ਆ ਉਹ ਵੀ ਹੈ, ਗਰਮ ਦਲੀਏ ਵੀ ਹੈ, ਨਰਮ ਦਲੀਏ ਵੀ ਹੈ। ਜਿਵੇਂ ਕਨੂਪ੍ਰਿਆ ਜੀ ਸਾਡੇ ਨਾਲ ਜੁੜੇ ਆ, ਅਸੀਂ 7 ਮੈਂਬਰ ਅਗਲੀ ਜਿਹੜੀ ਮੀਟਿੰਗ ਹੋਊਗੀ ਉਹਦੇ 'ਚ ਦੇਵਾਂਗੇ, ਕਿਉਂਕਿ 1-2 ਜਥੇਬੰਦੀਆਂ ਸਾਡੇ ਨਾਲ ਨੌਜਵਾਨੀ ਪੱਧਰ ਤੇ ਹੋਰ ਜੁੜਨ ਨੂੰ ਤਿਆਰ ਨੇ। ਅਸੀਂ 7 ਮੈਂਬਰ ਇਕੱਲੇ ਕਲਾਕਾਰਾਂ ਦੇ ਨਹੀਂ ਦੇਵਾਂਗੇ, ਅਸੀਂ ਆਪਦੀ ਕਮੇਟੀ 'ਚੋਂ 7 ਮੈਂਬਰ ਸਾਰੀਆਂ ਜਥੇਬੰਦੀਆਂ ਦੇ ਦੇਵਾਂਗੇ। ਲੀਡ ਅਗਲੀ ਮੀਟਿੰਗ 'ਚ ਕਨਫਰਮ ਕਰਦੇ ਹਾਂ ਕਿ ਅਸੀਂ ਜਦੋਂ 7 ਜਾਂ 5 ਜਾਂ 3 ਦੀ ਗੱਲ ਕਰਦੇ ਹਾਂ, ਉਹ ਅਸੀਂ ਕਰਦੇ ਹਾਂ ਕਿ ਧਰਨਿਆਂ ਦੇ ਅੰਦਰ, ਸਟਰਗਲ ਦੇ ਅੰਦਰ ਕਿਤੇ ਕੋਈ ਸਮੱਸਿਆ ਆ ਜਾਂਦੀ ਹੈ, ਕੋਆਰਡੀਨੇਸ਼ਨ ਦੀ ਕੋਈ ਸਮੱਸਿਆ ਆ ਗਈ, ਉਹਨੂੰ ਫੈਸਿਲੀਟੇਟ ਕਰਨ ਦੀ। ਕਿ ਧਰਨੇ ਦੇ ਵਿੱਚ ਕਿਸੇ ਗੀਤਕਾਰ ਗਏ, ਕੋਈ ਗਾਉਣ ਗਏ, ਮਤਲਬ ਗਾਇਕ ਗਏ, ਉੱਥੇ ਉਹਨਾਂ ਨੂੰ ਸਮੱਸਿਆ ਆ ਗਈ,
ਸਾਨੂੰ ਲੱਗਦਾ ਕਿ ਇੱਕ ਜਗ੍ਹਾ ਤੇ ਗਾਇਕ ਨੇ 4 ਚਲੇ ਗਏ 5 ਚਲੇ ਗਏ, ਕਿਤੇ ਕੋਈ ਹਫ਼ਤੇ ਤੋਂ ਗਿਆ ਨਹੀਂ। ਇਸ ਕਿਸਮ ਦੀ ਕੋਆਰਡੀਨੇਸ਼ਨ ਫੈਸਿਲੀਟੇਸ਼ਨ ਕਰਨ ਵਾਸਤੇ ਅਸਲ 'ਚ ਅਸੀਂ ਇੱਕ ਕਮੇਟੀ ਬਣਾਈ ਸੀ। ਇੱਕ ਮੈਸੇਜ ਇਹਦਾ ਗਲਤ ਚਲੇ ਗਿਆ, ਸ਼ਾਇਦ ਲੱਗਦਾ ਜਾਂ ਗਿਆ ਜਿਹੜਾ ਕੁਝ ਸੋਸ਼ਲ ਮੀਡੀਆ 'ਤੇ ਪਿਆ ਵੀ, ਕਿ ਸ਼ਾਇਦ ਹੁਣ ਕਿਸਾਨ ਸੰਘਰਸ਼ ਨੂੰ ਲੀਡ ਕਰਨ ਵਾਲੀ ਇਹ 14 ਨੰਬਰ। That was not the aim of the committee। ਬਿਲਕੁਲ। ਅੱਜ ਅਸੀਂ ਇਹ ਡਿਸਕਸ ਕਰ ਰਹੇ ਹਾਂ, ਇਹ ਜਿਹੜੀ 5 ਮੈਂਬਰੀ ਜਾਂ 5 ਸਾਡੇ ਜਾਂ 7 ਦਿਨਾਂ ਦੇ ਉਸ ਪਰਪਸ ਲਈ ਸੇ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ 3 ਗਾਇਕ ਕਹਿੰਦੇ ਵੀ ਅਸੀਂ ਅੱਜ ਫਰੀ ਜਾਣਾ ਚਾਹੁੰਦੇ ਹਾਂ। ਕਿਹੜੇ ਏਰੀਏ 'ਚ ਜਾਣ, ਕਿੱਥੇ ਜਾਣ, ਉਹਨਾਂ ਨੂੰ ਨਹੀਂ ਪਤਾ। ਇਹ ਅਸੀਂ ਕਿਸਾਨ ਦੱਸਾਂ ਉਹਨਾਂ ਨੂੰ। ਗੁਰਦਾਸਪੁਰ ਏਰੀਏ 'ਚ ਕੋਈ ਸਮੱਸਿਆ ਆ ਗਈ, ਸਾਡੇ ਕਿਸੇ ਕਿਸਾਨ ਲੀਡਰ ਨੇ ਗੜਬੜ ਕਰਤੀ, ਉਹ ਕਿਹਨੂੰ ਦੱਸਣਗੇ? ਉਹ 5 ਮੈਂਬਰ ਜਾਂ 7 ਮੈਂਬਰ ਸਾਡੇ। ਦੈਟ ਇਜ਼ ਫॉर ਦੈਟ ਓਨਲੀ, ਨਾਟ ਫॉर ਲੀਡਿੰਗ ਦਾ ਹੋਲ ਫਾਰਮਰਸ। ਲੱਖੇ ਭਾਈ, ਲੱਖੇ ਦੀ ਸਵਾਲ ਹੈ। ਲੱਖਾ ਤਾਰਾ ਜੀ, ਤੁਸੀਂ ਮਹਿਸੂਸ ਕਰਦੇ ਕਿ ਹੁਣ ਲੱਖੇ ਭਾਈ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਕਿਸਾਨਾਂ ਦੇ ਹਿੱਤਾਂ ਨਾਲ ਜ਼ਿਆਦਾ ਕੁਝ ਲੋਕ ਐਸੇ ਹੈਗੇ ਨੇ ਜਥੇਬੰਦੀਆਂ 'ਚ ਵੀ ਆ, ਸਿੱਖਾਂ 'ਚ ਵੀ ਆ, ਜਿਹੜੇ ਆਪਣੇ ਨਿੱਜੀ ਹਿੱਤ ਜ਼ਿਆਦਾ ਦੇਖਣ ਲੱਗ ਗਏ? ਤੁਸੀਂ ਮਹਿਸੂਸ ਕਰਦੇ ਕਿ ਐਸਾ ਹੋ ਰਿਹਾ, ਡੀਲ ਹੋ ਰਿਹਾ, ਇਹ ਧਰਨਾ ਪ੍ਰਦਰਸ਼ਨ ਮੈਨੂੰ ਕੁਝ ਨਹੀਂ। ਦੇਖੋ, ਮੈਨੂੰ ਇਹ ਲੱਗਦਾ ਕਿ ਯਾਰ ਵੀ ਸਾਨੂੰ ਕਿਸੇ ਵੀ ਵੈਸੇ ਕਿਸਾਨ ਜਥੇਬੰਦੀਆਂ ਦਾ ਤਾਂ ਕੋਈ ਰਾਜਨੀਤਿਕ ਮੰਤਵ ਹੈ ਹੀ ਨਹੀਂ। ਠੀਕ ਆ, ਜਿਹੜੇ ਵੀ ਕੋਈ ਮੰਨ ਲਓ ਕਲਾਕਾਰ ਭਰਾ ਆ ਰਹੇ ਆ ਜਾਂ ਮੇਰੇ ਵਰਗੇ ਆ ਰਹੇ ਆ, ਹੋਰ ਆ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਵੀ ਕੋਈ ਇਹਦੇ ਵਿੱਚੋਂ ਆਪਣਾ ਚਿਹਰਾ ਸਥਾਪਿਤ ਕਰਨਾ ਕੋਈ ਚਾਹੁੰਦਾ ਹੈ। ਜੇ ਕਿ ਮੈਂ ਇਸ ਅੰਦੋਲਨ ਨੂੰ ਢਾਲ ਬਣਾ ਕੇ ਚਿਹਰਾ ਸਥਾਪਿਤ ਕਰਾਂ ਤੇ ਕੋਈ ਗਲਤ ਹੋਊਗਾ। ਪੂਰੇ ਅੰਦੋਲਨ ਨੂੰ ਢਾਲ ਲਾਊਗਾ। ਰਾਜਨੀਤੀ ਕਰਨ ਨੂੰ ਹੋਰ ਬਥੇਰੇ ਮੰਚ ਹੁੰਦੇ ਨੇ ਯਾਰ, ਕਾਲੀ ਵੀ ਤਾਂ ਕਰ ਹੀ ਰਹੇ ਨੇ ਨਾ, ਉਹ ਵੀ ਤਾਂ ਇੱਥੋਂ ਆ ਅੰਦੋਲਨ 'ਚ ਆਪਣੀਆਂ ਵੋਟਾਂ ਕੱਢਣੀਆਂ ਚਾਹੁੰਦੇ ਨੇ। ਕਾਂਗਰਸ ਵੀ ਇਹੀ ਕੁਛ ਕਰ ਰਹੀ ਹੈ, ਦੂਜੀਆਂ ਪਾਰਟੀਆਂ ਵਾਲੀ ਵੀ ਇਹੀ ਕੁਛ ਕਰ ਰਹੇ ਨੇ। ਪਰ ਮੈਂ ਕਹਿੰਦਾ ਜਿਹੜਾ ਬੰਦਾ ਦਿਲੋਂ ਦਰਦ ਰੱਖਦਾ ਹੈ ਪੰਜਾਬ ਲਈ, ਪੰਜਾਬ ਦੀ ਕਿਸਾਨੀ ਲਈ, ਦੀ ਪੰਜਾਬੀਅਤ ਲਈ, ਉਹ ਬੰਦੇ ਨੂੰ ਨਿਰਸਵਾਰਥ ਹੋ ਕੇ ਘੋਲਣਾ ਚਾਹੁੰਦਾ। ਇੱਕ ਜਥੇਬੰਦੀ ਬਾਹਰ ਵੀ ਹੋਈ ਹੈ ਤੁਹਾਡੇ ਇਹਦਾ 31 ਜਥੇਬੰਦੀਆਂ ਤੋਂ ਕੁਝ ਨਹੀਂ ਰਹਿ ਤਾਂ ਇਸ ਵਾਰ ਜਿਹੜੇ ਹੁਣ ਮੈਂ ਥੋੜਾ ਜਿਹਾ ਨਾ ਮੈਨੂੰ ਬੋਲਣਾ ਪਊਗਾ। ਹੁਣ ਮੈਂ ਭਰਾ ਸਾਰੇ ਮੇਰੇ ਬਜ਼ੁਰਗ ਬੈਠੇ ਆ। ਬਾਹਰ ਬੋਲੋ ਜਥੇਬੰਦੀ ਵੇਲੇ ਆਪ ਦੇ ਦਿਓ ਸਪੀਕਰ। ਬੋਲੋ ਉਹ ਅਸੀਂ ਕਿਸਾਨ ਆਰਗੇਨਾਈਜ਼ੇਸ਼ਨ ਦੇ ਹੱਥ ਤੇ ਦੱਸ ਕਿਸਾਨ ਜਥੇਬੰਦੀਆਂ ਦਾ ਮਾਮਲਾ ਕਿਸਾਨ ਜਥੇਬੰਦੀਆਂ ਨੇ ਹੱਲ ਕਰਨਾ। ਜਿਹੜੀ ਜਥੇਬੰਦੀ ਬਾਹਰ 31 ਜੋ 30 ਰਹਿ ਗਈਆਂ, ਉਹ ਹੈ ਅਜਮੇਰ ਸਿੰਘ ਲੱਖੋਵਾਲ ਵਾਲੀ ਜਥੇਬੰਦੀ। ਉਹਨਾਂ ਨੇ ਜਿਹੜਾ ਰਸਤਾ ਅਖਤਿਆਰ ਕੀਤਾ, ਉਹ ਕੀਤਾ ਸੁਪਰੀਮ ਕੋਰਟ 'ਚ ਉਦੋਂ ਜਾਣ ਦਾ ਜਦੋਂ ਸਾਡਾ ਸੰਘਰਸ਼ ਸਿਖਰ ਤੇ ਹੈ। ਉਹਦੇ 'ਚ ਜੋ ਉਹਨਾਂ ਨੇ ਕੀਤਾ, ਇਹਦੇ 'ਚ ਸਾਡੀ ਮਜਬੂਰੀ ਬਣ ਗਈ ਵੀ ਉਹਨਾਂ ਨਾਲ ਰਿਸ਼ਤਾ ਤੋੜਿਆ ਜਾਵੇ। ਇਸ ਕਰਕੇ ਅਸੀਂ 31 ਤੋਂ 30 ਰਹੇ ਹਾਂ। ਇਹ ਕੋਈ ਗੱਲ ਨਹੀਂ, ਐਡੀ ਗੱਲ ਨਹੀਂ ਹੈ। ਇਹਦੇ ਨਾਲ ਕੋਈ ਸੰਘਰਸ਼ ਨਾਲ ਸਾਡਾ ਉਹ ਹੈ, ਉਹ ਹੀ ਆਈਸੋਲੇਟ ਹੋਏ ਨੇ। ਉਹਨਾਂ ਨੂੰ ਹੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੋਸ਼ਲ ਮੀਡੀਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ ਲੋਕਾਂ ਨੇ। ਸੋ ਇਸ ਕਰਕੇ ਉਹ ਕਿਉਂ ਗਏ ਨੇ ਉਹ ਜਾਣਦੇ ਨੇ, ਲੇਕਿਨ ਉਹਨਾਂ ਨੇ ਕੰਮ ਗਲਤ ਕੀਤਾ ਹੈ। ਕੋਈ ਸਿਆਸੀ ਦਖਲਅੰਦਾਜ਼ੀ ਮੰਨ ਸਕਦੇ ਆ ਜੇ ਲੱਖੋਵਾਲ ਜੀ ਵੱਖਰੇ ਹੋਏ ਨੇ? ਦੇਖੋ, ਸਿਆਸੀ ਦਖਲਅੰਦਾਜ਼ੀ ਕਹੋ, ਉਹਨਾਂ ਦੀ ਘੱਟ ਸਮਝੀ ਕਹੋ, ਜਾਂ ਇਮੈਚੁਰਿਟੀ ਕਹੋ। ਲੱਖੋਵਾਲ ਸਾਹਿਬ ਬੀਜੇਪੀ ਦੇ ਵੇਲੇ ਰਹੇ ਨੇ ਚੇਅਰਮੈਨ ਮਾਰਕੀਟ ਬੋਰਡ, ਮੰਡੀ ਬੋਰਡ ਦੇ। ਵਨ ਦੂਸਰਾ ਇਹ ਹੈ ਕਿ ਇੱਕ ਗੱਲ ਸ਼ੰਕਾ ਜ਼ਾਹਰ ਕਰਦੀ ਹੈ ਕਿ ਅੱਜ ਅਖਬਾਰਾਂ 'ਚ ਬਿਆਨ ਛਪਿਆ ਕਿ ਰਾਕੇਸ਼ ਟਕੈਤ ਜਿਹੜੇ ਉਹਨਾਂ ਦੇ ਆਲ ਇੰਡੀਆ ਪ੍ਰੈਜ਼ੀਡੈਂਟ ਨੇ, ਉਹ ਕੱਲ ਸੁਰਜੀਤ ਕੁਮਾਰ ਜਿਆਣੀ ਨੂੰ ਮਿਲੇ ਨੇ, ਜਾਂ ਸੁਰਜੀਤ ਕੁਮਾਰ ਜਿਆਣੀ ਉਹਨਾਂ ਨੂੰ ਮਿਲਿਆ। ਇਹਦਾ ਮਤਲਬ ਬੀਜੇਪੀ ਅਗਰ ਉਹਨਾਂ ਦੇ ਪ੍ਰਧਾਨ ਪੰਜਾਬ 'ਚ ਆ ਕੇ ਬੀਜੇਪੀ ਨੂੰ ਮਿਲਦਾ ਹੈ ਤਾਂ ਸਾਡੇ ਲਈ ਇਹ ਡਾਊਟ ਹੈ। ਮੇਰਾ ਕਲਾਕਾਰਾਂ ਨੂੰ ਇੱਕ ਸਵਾਲ ਹੈ ਬਾਈ ਜੀ, ਕਿ ਜਦੋਂ ਬਤੌਰ ਕਲਾਕਾਰ ਨਵਜੋਤ ਸਿੱਧੂ ਇੱਕ ਸ਼ੋਅ ਦੇ ਵਿੱਚ ਕੰਮ ਕਰਦੇ ਕਿਸੇ ਪਾਰਟੀ ਜਾਂਦਾ ਤਾਂ ਉਸ ਨੂੰ ਲਾਂਭੇ ਕੀਤਾ ਜਾਂਦਾ। ਜਦੋਂ ਕਪਲ ਸ਼ਰਮਾ ਉਹ ਇੱਕ ਟਵੀਟ ਕਰ ਦਿੰਦਾ, ਉਹਦੇ ਪਰ ਕਾਰਵਾਈ ਹੁੰਦੀ ਹੈ। ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਕਿ ਅਸੀਂ ਬੀਜੇਪੀ ਦੇ ਐਮਪੀਆਂ ਦੇ ਘਰ ਘੇਰਾਂਗੇ, ਲੀਡਰਾਂ ਦੇ ਘਰ ਘੇਰਾਂਗੇ। ਕੱਲ੍ਹ ਨੂੰ ਤੁਹਾਨੂੰ ਉਹਨਾਂ ਦੇ ਘਰਾਂ ਦੇ ਧਰਨੇ ਲਾਉਣੇ ਪੈਣੇ ਆ। ਕੋਈ ਇਹ ਡਰ ਕੋਈ ਮਨ 'ਚ ਹੋਵੇ ਕਿ ਕੱਲ੍ਹ ਨੂੰ ਸਾਡੇ ਤੇ ਇਹੋ ਜਿਹਾ ਐਕਸ਼ਨ ਹੋ ਸਕਦਾ? ਕੱਲ੍ਹ ਨੂੰ ਬੀਜੇਪੀ ਦੇ ਘਰਾਂ ਦੇ ਧਰਨੇ ਲਾਉਣੇ। ਡੈਫੀਨਿਟਲੀ ਜੀ। ਆਵਾਜ਼ ਨਹੀਂ ਆ ਰਹੀ ਤੁਸੀਂ। ਅਸੀਂ ਪਹਿਲਾਂ ਇਹ ਵੀ ਬੈਠ ਕੇ ਗੱਲ ਕਰਦੇ ਸੀ। ਅਸੀਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਵੀ ਕਰਨੀ ਹੈ ਵੀ ਜਿਹੜੇ ਆਰਟਿਸਟ ਤੁਹਾਡੇ ਨਾਲ ਅੱਜ ਖੜੇ ਨੇ, ਉਹ ਇਸ ਕਰਕੇ ਖੜੇ ਨੇ ਕਿਉਂਕਿ ਉਹਨਾਂ ਨੂੰ ਦਰਦ ਦਾ ਦੁੱਖ ਆ। ਠੀਕ ਹੈ ਜੀ, ਹੋ ਸਕਦਾ ਕੱਲ੍ਹ ਨੂੰ ਆਰਟਿਸਟਾਂ ਨੂੰ ਪ੍ਰੋਬਲਮ ਆਉਣਗੀਆਂ, ਸਾਡਾ ਡੈਫੀਨਿਟਲੀ ਆਉਣਗੀਆਂ। ਸਾਡੇ ਨਾਲ ਖੜੋਗੇ ਉਸ ਵੇਲੇ ਜੀ,
ਕਿਸਾਨ ਜਥੇਬੰਦੀਆਂ ਦਾ ਸਾਡੇ ਨਾਲ ਸਾਨੂੰ ਖੜਨਾ ਕਿਉਂਕਿ ਬਣਦਾ ਹੋ ਸਰਕਾਰਾਂ ਸਕਦਾ ਵੀ ਕਿਉਂਕਿ ਪ੍ਰੈਸ਼ਰਾਈਜ਼ ਕਰਨਗੀਆਂ ਸਾਨੂੰ, ਹੋ ਸਕਦਾ ਕਿ ਏਜੰਸੀਆਂ ਵੀ ਪ੍ਰੈਸ਼ਰਾਈਜ਼ ਕਰਨਗੀਆਂ ਏਜੰਸੀਆਂ ਜਾਂ ਸਰਕਾਰਾਂ ਪ੍ਰੈਸ਼ਰ ਕਰਨਗੀਆਂ, ਸਾਨੂੰ ਦਬਾਉਣ ਦੀ ਟਰਾਈ ਕਰਨਗੀਆਂ, ਜਾਂ ਮਤਲਬ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਫਾਈਨੈਂਸ਼ੀਅਲੀ ਚਾਹੇ ਉਹ ਫਿਜ਼ੀਕਲੀ ਟਰਾਈ ਹੋ ਸਕਦੀ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਮੈਂ ਰਿਕੁਐਸਟ ਵੀ ਕਰੂੰਗਾ ਸਾਡੀਆਂ ਜਥੇਬੰਦੀਆਂ ਨੂੰ ਵੀ ਉਸ ਵੇਲੇ ਜਿਵੇਂ ਅੱਜ ਆਪਾਂ ਸਾਰੇ ਇਕੱਠੇ ਖੜੇ ਹਾਂ, ਸਾਨੂੰ ਤੁਹਾਡੀ ਸਪੋਰਟ ਦੀ ਲੋੜ ਰਹੂਗੀ, ਕਿਉਂਕਿ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ, ਜੇ ਬੰਦਾ ਇਕੱਲਾ ਰਹਿ ਜਾਊ ਤਾਂ ਮਾਰਿਆ ਜਾਊ, ਜੇ ਤੁਸੀਂ ਨਾਲ ਹੋਵੋਗੇ ਤਾਂ ਫਿਰ ਇਹ ਪ੍ਰੋਬਲਮ ਨਹੀਂ ਆਊ। ਜਿਹੜਾ ਸਵਾਲ ਇਹ ਹੈ ਨਾ, ਇਹਨੂੰ ਦੇਖੋ ਗੰਭੀਰਤਾ ਨਾਲ ਇਸ ਪਾਸਿਓਂ ਲੈਣਾ ਚਾਹੀਦਾ ਕਿ ਜਿਹੜਾ ਕਲਾਕਾਰ ਹੈ, ਗੀਤਕਾਰ ਹੈ, ਕੋਈ ਕਲਮ ਦਾ ਲਿਖਾਰੀ ਹੈ, ਉਹ ਕਿਸੇ ਕਿੱਤੇ ਨਾਲ ਵੱਖਰਾ ਹੀ ਜੁੜਿਆ ਹੋਇਆ ਹੁੰਦਾ, ਉਹ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੁੰਦਾ। ਅਗਰ ਕੋਈ ਕਲਾਕਾਰ ਇਹ ਮੰਨ ਕੇ ਚੱਲੂਗਾ ਕਿ ਮੈਂ ਫਲਾਨੀ ਪਾਰਟੀ ਦਾ ਤੇ ਮੈਂ ਉਹ ਕਲਾਕਾਰ ਹਾਂ, ਨਹੀਂ, ਉਹਨੂੰ ਲੋਕ ਪਸੰਦ ਨਹੀਂ ਕਰਨਗੇ। ਇਹ ਸਾਰੀ ਕੋਈ ਵੀ ਖਿਡਾਰੀ ਹੈ, ਕੋਈ ਕਲਾਕਾਰ ਹੈ, ਉਹ ਲੋਕਾਂ ਦਾ ਬਣ ਕੇ ਹੀ ਆਪਣੀ ਕਲਾ ਦਿਖਾਉਂਦਾ ਹੁੰਦਾ, ਤਾਂ ਹੀ ਲੋਕ ਉਹਨੂੰ ਪਸੰਦ ਕਰਦੇ ਹੁੰਦੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀ ਕਲਮ ਹੈ ਉਹ ਜੇ ਤਲਵਾਰ ਨਾਲੋਂ ਤਿੱਖੀ ਹੈ, ਤਾਂ ਜਿਹੜੇ ਸਾਡੇ ਗੀਤਕਾਰਾਂ ਦੇ ਬੋਲ ਹੈ, ਕਲਾਕਾਰਾਂ ਦੀ ਕਲਾ ਹੈ, ਇਹ ਕਦੇ ਵੱਡਾ ਹਮਲਾ ਕਰ ਸਕਦੀ ਹੈ ਆਪਣੀ ਜ਼ਬਾਨ ਦੇ ਵਿੱਚੋਂ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਖੜਨ ਦਾ। ਮੈਨੂੰ ਲੱਗਦਾ ਜੇ ਇਹੀ ਪ੍ਰੋਬਲਮ ਕੋਈ ਨਹੀਂ ਆਊਗੀ। ਅਗਰ ਜੇ ਕੋਈ ਆਊਗੀ, ਅਸੀਂ ਬੈਠ ਕੇ ਵਿਚਾਰਾਂਗੇ। ਅਗਲੀ ਮੀਟਿੰਗ ਹੋ ਰਹੀ ਹੈ 15 ਤਰੀਕ ਦੀ, ਉਸ ਤੋਂ ਬਾਅਦ ਵੀ ਮੀਟਿੰਗਾਂ ਕਰਾਂਗੇ। ਸਾਨੂੰ ਲੱਗਦਾ ਕਿਹੋ ਜਿਹੀ ਪ੍ਰੋਬਲਮ ਆਈ, ਅਸੀਂ ਬੈਠ ਕੇ ਹੱਲ ਕਰਾਂਗੇ, ਐਡੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਦੇਖੋ ਜੀ ਇੱਕ ਸਵਾਲ 2017 ਦੇ ਇਲੈਕਸ਼ਨ 'ਚ ਦੇਖਿਆ ਗਿਆ ਹੈ ਕਿ ਕਲਾਕਾਰਾਂ ਨੂੰ, ਮੈਂ ਕਹਿੰਦਾ, ਇੱਕ ਰਾਜਨੀਤਿਕ ਵੰਗਾਰ ਹੀ ਹੁੰਦੀ ਹੈ ਕਿ ਜਿਹੜੀ ਉਹ ਭੁਗਤਦੇ ਨੇ ਇਲੈਕਸ਼ਨ 'ਚ ਜਾ ਕੇ। 2022 ਦੇ ਇਲੈਕਸ਼ਨ ਆਉਣ ਵਾਲੇ ਨੇ, ਰਾਜਨੀਤਿਕ ਪਾਰਟੀਆਂ ਦੁਬਾਰਾ ਕਹਿਣਗੀਆਂ ਕਿ ਮੇਰੇ ਲਈ ਆ ਕੇ ਪ੍ਰਚਾਰ ਕਰ। ਕੀ ਕਲਾਕਾਰ 2022 ਦੇ ਇਲੈਕਸ਼ਨ 'ਚ ਪਹੁੰਚਣਗੇ ਕਿ ਨਹੀਂ, ਪਹਿਲਾ ਸਵਾਲ। ਦੂਸਰੀ ਗੱਲ ਇਹ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਜਾਂਦਾ ਤਾਂ ਅਸੀਂ ਕਾਂਗਰਸ ਦੇ ਘਰ ਘੇਰਾਂਗੇ। ਤਾਂ ਬੀਜੇਪੀ ਦੇ ਘਰਾਂ ਦੇ ਅੱਗੇ ਕਲਾਕਾਰਾਂ ਨੂੰ ਅਸੀਂ ਦੇਖ ਚੁੱਕੇ ਹਾਂ, ਤਾਂ ਕੀ ਕਲਾਕਾਰ ਕੱਲ੍ਹ ਨੂੰ ਜੇ ਮੁੱਖ ਮੰਤਰੀ ਦੀ ਗੁੱਡੀ ਘੇਰਨੀ ਪੈਂਦੀ ਹੈ ਜਾਂ ਕਾਂਗਰਸੀ ਲੀਡਰਾਂ ਦੇ ਘਰ ਘੇਰਨੇ ਪੈਂਦੇ ਤਾਂ ਉਹਦੇ ਲਈ ਤਿਆਰ ਨੇ? ਜੀ ਬਿਲਕੁਲ, ਜਿੱਦਾਂ ਅਸੀਂ ਜਦੋਂ ਹੁਣ ਇੱਕ ਹੀ ਕਰ ਲਿਆ ਜੀ, ਜਥੇਬੰਦੀਆਂ ਨੂੰ ਪੂਰੇ ਤੌਰ ਤੇ ਸਮਰਥਨ ਦਿੱਤਾ, ਜਿਹੜੀ ਇਹਨਾਂ ਦੀ ਕਾਲ ਹੋਊਗੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਚੱਲਾਂਗੇ, ਜਿੱਥੇ ਤੱਕ ਵੀ ਜਾਣਾ ਪਿਆ। ਕਿਉਂਕਿ ਜੇ ਅੱਜ ਘਰੋਂ ਨਿਕਲੇ ਆ ਤਾਂ ਇਹ ਕਹਿ ਕੇ ਨਿਕਲੇ ਆ ਵੀ ਹੁਣ ਇਹ ਲੜਾਈ ਸਾਡੀ ਹੋਂਦ ਦੀ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਸਾਡੇ ਪੰਜਾਬ ਦੀ ਹੈ, ਤਾਂ ਪੰਜਾਬ ਲਈ ਕੁਝ ਵੀ ਕਰਨ ਤੱਕ, ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਜਾਵਾਂਗੇ। ਦੂਸਰਾ ਸਵਾਲ ਜੋ 2022 ਦੇ ਇਲੈਕਸ਼ਨ ਨੂੰ ਲੈ ਕੇ ਸੀ ਕਿ ਕਿਤੇ ਨਾ ਕਿਤੇ ਅੱਜ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਹਾਂ ਉਹਦੇ 'ਚ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ, ਤਾਂ ਆਉਣ ਵਾਲੇ ਇਲੈਕਸ਼ਨ ਦੇ ਟਾਈਮ 'ਚ ਕੋਈ ਕਲਾਕਾਰ ਰਾਜਨੀਤਿਕ ਪਾਰਟੀਆਂ ਨਾਲ ਖੜਾ ਤਾਂ ਨਹੀਂ ਨਜ਼ਰ ਆਇਆ? ਉਹਦੇ 'ਚ ਦੇਖੋ, ਮੈਂ ਉੱਥੇ ਆਪ ਦਾ ਪੱਖ ਕਲੀਅਰ ਕਰ ਦਵਾਂ ਕਿ ਮੈਂ ਕਦੇ ਵੀ ਕਿਸੇ ਇਦਾਂ ਦੀ, ਮੈਂ ਕਲਾਕਾਰਾਂ ਦਾ ਪੱਖ ਜਾਣਨਾ ਚਾਹੁੰਦਾ। ਮੈਂ ਜਸ ਬਾਜਵਾ, ਦੇਖੋ ਉੱਥੇ ਬਾਈ ਜੀ ਅੱਜ ਜਿੰਨੇ ਭਰਾ ਬੈਠੇ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਜਾਂਦੇ ਨੇ। ਉਹ ਬਾਕੀ ਸਾਰਿਆਂ ਵੱਲੋਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਕੋਈ ਜਾਣਗੇ। ਕੱਲ ਨੂੰ ਕੋਈ ਚਲੇ ਜਾਵੇ ਤੇ ਤੁਸੀਂ ਮੈਨੂੰ ਸਵਾਲ ਕਰੋ, ਮੈਂ ਆਪ ਦੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਨਹੀਂ ਜਾਊਂਗਾ। ਦੇਖੋ ਜੀ, ਇੱਕ ਮਿੰਟ ਮਾੜਾ, ਮੈਨੂੰ 1 ਮਿੰਟ ਲੈਣਾ। ਮੈਂ ਦੀਪ ਸਿੱਧੂ ਵਾਲਾ ਸਵਾਲ ਆਇਆ ਇੱਥੇ, ਤੁਸੀਂ ਕੀਤਾ ਪ੍ਰੈਸ ਵਾਲਿਆਂ ਨੇ। ਅਸੀਂ ਬਹੁਤ ਗੰਭੀਰਤਾ ਨਾਲ, ਜਿਹੜੀ ਪਹਿਲਾਂ ਮੀਟਿੰਗ ਹੋਈ ਆ ਸਾਡੀ, ਉਹਦੇ ਵਿੱਚ ਅਸੀਂ ਇਹ ਵਿਚਾਰਿਆ, ਜੋ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਇੱਥੇ ਸ਼ੰਭੂ ਜਿਹੜਾ ਆਪਣਾ ਲਾਇਆ, ਧਰਨਾ ਲਾਇਆ, ਇਕੱਲਾ ਧਰਨਾ ਹੀ ਨਹੀਂ ਲਾਇਆ, ਉਹਨੇ ਕਿਸਾਨ ਲੀਡਰਸ਼ਿਪ ਤੇ ਬਹੁਤ ਗੈਰ ਗੰਭੀਰ ਸਵਾਲ ਕੀਤੇ ਹੈ ਵੀ ਤੁਸੀਂ ਗੁਪਤ ਮੀਟਿੰਗਾਂ ਕਰਦੇ ਹੋ, ਤੁਸੀਂ ਸਮਝੌਤਾ ਕਰ ਅੰਦਰ ਖਾਤੇ ਸਮਝੌਤੇ ਕਰਦੇ ਹੋ, ਤੁਸੀਂ ਇਕੱਲੇ MSP ਤੇ ਹੀ ਖੜੇ ਹੋ। ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਉਹ ਸਾਨੂੰ ਕਮਾਂਡ ਕਰਨਾ ਚਾਹੁੰਦਾ ਹੈ। ਇਹਨਾਂ ਇਹ ਗੱਲਾਂ ਦੀ ਨਿਖੇਧੀ ਕੀਤੀ ਹੈ ਸਾਰੀ ਮੀਟਿੰਗ ਨੇ ਸਾਡੀ ਨੇ, ਤੇ ਕਿਹਾ ਵੀ ਅਸਲ ਵਿੱਚ ਵੀ ਉਹਦਾ ਜਿਹੜਾ ਪਹਿਲਾਂ ਉਹਨੇ ਕਮਿਟਮੈਂਟ ਕੀਤੀ ਸੀ ਪਹਿਲੀ ਮੀਟਿੰਗ ਵੇਲੇ, ਉਹ ਆਪਦੀ ਕਮਿਟਮੈਂਟ ਤੇ ਨਹੀਂ ਰਿਹਾ। ਅਸੀਂ ਉਹਦੀ ਨਿਖੇਧੀ ਕੀਤੀ, ਮਤਾ ਪਾਇਆ। ਪਰ ਜਿਹੜੇ ਦੂਸਰੇ ਆਹ ਸਾਰੇ ਗੀਤਕਾਰ ਬੈਠੇ ਨੇ, ਉਹਨਾਂ ਦਾ ਗੀਤਕਾਰਾਂ ਦਾ ਭਾਈਚਾਰਾ ਬੈਠਾ, ਮੇਨ ਆਗੂ ਬੈਠੇ ਨੇ, ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ, ਇਹ ਉਹਨਾਂ ਨਾਲੋਂ ਉਹਦੇ ਧਰਨੇ 'ਚ ਨਹੀਂ ਗਏ, ਉਹਦੇ ਨਾਲ ਤੋੜ ਨਖੇੜਾ ਕੀਤਾ। ਸੋ ਜੋ ਇਹਨਾਂ ਨੇ ਸਾਡਾ ਪਰਨ ਨਿਭਾਇਆ, ਤਾਂ ਕੱਲ੍ਹ ਨੂੰ ਜੇ ਇਹਨਾਂ ਤੇ ਜਦੋਂ ਇਹ ਸਾਡੇ ਵਰਗੇ ਤਿੱਖੇ ਐਕਸ਼ਨਾਂ ਦੇ ਵਿੱਚ ਸਰਕਾਰ ਦੇ ਨਾਲ ਆਉਣਗੇ, ਤਾਂ ਪੁਲਿਸ ਵੀ, ਪ੍ਰਸ਼ਾਸਨ ਵੀ, ਸਰਕਾਰ ਵੀ ਇਹਨਾਂ ਤੇ ਬਦਲੇ ਦੀ ਭਾਵਨਾ ਨਾਲ ਹੀ ਕੋਈ ਕਾਰਵਾਈ ਕਰ ਸਕਦੀ। ਤੇ ਅਸੀਂ ਖੜਾਂਗੇ, ਜੇ ਇਹਨਾਂ ਦੇ ਬਦਲੇ ਦੇ ਭਾਵਨਾ ਨਾਲ ਕੋਈ ਕਾਰਵਾਈ ਹੋਊਗੀ, ਉਹ ਸਾਡੇ ਖਿਲਾਫ ਹੋਊਗੀ। ਕਿਸਾਨ ਜਥੇਬੰਦੀਆਂ ਉਹਦੀਆਂ ਡਟ ਕੇ ਖੜਨਗੀਆਂ ਉਹਦੇ ਨਾਲ। ਕੋਈ ਆਪਣੀ ਨਿੱਜੀ ਰਾਜਨੀਤੀ ਚਮਕਾਉਂਦਾ ਜਾਂ ਫਿਰ ਇਸ ਧਰਨੇ ਨੂੰ ਡੀਰੇ ਬਣਾਉਣ ਦੀ ਕੋਸ਼ਿਸ਼ ਕਰਦਾ, ਤਾਂ ਬਜ਼ੁਰਗਾਂ ਦੇ ਨਾਤੇ ਹੋਣ ਦੇ ਨਾਤੇ ਜਾਂ ਫਿਰ ਤੁਸੀਂ ਬਹੁਤ ਵਾਰ ਬੰਦੇ ਹੋਣ ਦੇ ਨਾਤੇ ਖੁੰਡਾ ਖੜਕਾਉਣ ਲਈ ਤਿਆਰ ਹੈ ਕਿ ਕੋਈ ਐਸਾ ਬੰਦਾ ਜਿਹੜਾ ਡੀਰੇ ਕਰੂਗਾ ਉੱਤੇ ਕਾਰਵਾਈ ਖੜਕਾਤਾ ਜੀ। ਦੇਖੋ, ਹਰ ਕਿਸੇ ਦਾ ਡੈਮੋਕ੍ਰੈਟਿਕ ਹੱਕ ਹੈ, ਉਹ ਇਸ ਐਜੀਟੇਸ਼ਨ ਦੇ ਵਿੱਚ ਆ ਕੇ ਉਹਦੀ ਸਪੋਰਟ ਕਰਦਾ, ਵਿੱਚ ਆ ਕੇ ਸ਼ਾਮਲ ਹੁੰਦਾ, ਜੇ ਵੱਖਰਾ ਕਰਦਾ। ਦੇਖੋ, ਇਹ ਬੜਾ ਵੱਡਾ ਸਵਾਲ ਨਹੀਂ ਹੈ।
ਜੇ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਲਾ ਲਿਆ ਤਾਂ ਕੋਈ ਐਡੀ ਗੱਲ ਨਹੀਂ ਹੈ, ਕਿਉਂਕਿ ਐਜੀਟੇਸ਼ਨ ਦੀ ਤਾਂ ਸਪੋਰਟ ਹੈ ਨਾ। ਅਗਰ ਇਹ ਵਿਰੋਧ ਨਹੀਂ ਹੈ ਉਸ ਕਿਸਮ ਦਾ, ਡੈਮੋਕ੍ਰੇਸੀ ਹੈ ਇਹ। ਅਗਲਾ ਸਵਾਲ ਜਿਹੜਾ ਤੁਸੀਂ ਇਲੈਕਸ਼ਨਾਂ ਵਾਲਾ 2022 ਦੀਆਂ ਵਾਲਾ ਕਰ ਰਹੇ ਹੋ, ਮੇਰਾ ਖਿਆਲ ਜਿੰਨੇ ਕਲਾਕਾਰ ਸਾਡੇ ਬੇਟੇ ਆ, ਸਾਡੇ ਧੀਆਂ ਪੁੱਤ ਆਏ ਆ, ਉਹ ਸਾਡੀ ਐਜੀਟੇਸ਼ਨ ਦੀ ਸਪੋਰਟ ਤੇ ਆਇਆ, ਨਾ ਕਿ ਕਿਸੇ ਪਾਰਟੀ ਦੀ। ਪੋਲੀਟੀਕਲ ਸਵਾਲ ਅਸੀਂ ਨਾ ਕਰੀਏ, ਦੇਖਾਂਗੇ ਜਦੋਂ 2022 ਦੀਆਂ ਚੋਣਾਂ ਆਉਣਗੀਆਂ। ਕਿਸਾਨ ਜਥੇਬੰਦੀ ਸਾਂਝੀ ਤਾਲਮੇਲ ਕਮੇਟੀ ਹੈ, ਜਿਹੜੀ ਸੰਘਰਸ਼ ਕਮੇਟੀ ਹੈ, ਉਹਦੇ ਵਿੱਚ ਕਲਾਕਾਰਾਂ ਦੇ ਨੁਮਾਇੰਦੇ ਲੈ ਰਹੇ ਹੋ ਸੰਘਰਸ਼ ਕਮੇਟੀ ਦੇ? ਦੇਖੋ ਅਸੀਂ ਅਗਲੀ ਮੀਟਿੰਗ ਦੇ ਵਿੱਚ ਸੰਘਰਸ਼ ਕਮੇਟੀ ਦੇ ਜਿਵੇਂ ਪਹਿਲਾਂ ਸਾਡੇ ਨੁਮਾਇੰਦੇ ਨੇ ਕਿਹਾ ਕਿ ਪਹਿਲਾਂ ਗਲਤ ਫਹਿਮੀ ਚਲੀ ਗਈ ਸੀ ਕਿ ਹੁਣ 14 ਮਤਲਬ 7 ਨੁਮਾਇੰਦੇ ਇਹਨਾਂ ਦੇ ਹੋਣਗੇ, 7 ਸਾਡੇ ਹੋਣਗੇ, ਉਹ ਐਜੀਟੇਸ਼ਨ ਚਲਾਉਣਗੇ। ਦੇਖੋ ਸਾਡਾ ਇੱਕ ਵੱਡਾ ਤਜਰਬਾ, ਅਸੀਂ ਘੋਲਾਂ ਦੇ ਵਿੱਚ ਦੀ ਲੰਘੇ ਹੋਏ ਆ, ਅਸੀਂ ਇੱਕ ਜਥੇਬੰਦੀਆਂ, ਇਹ ਇਕੱਲੇ ਵਿਅਕਤੀ ਹੈ। ਇਹ ਠੀਕ ਹੈ ਕਿ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ, ਇਹਨਾਂ ਦਾ ਘੋਲਾਂ ਦਾ ਤਜਰਬਾ ਨਹੀਂ ਹੈ, ਇਹਨਾਂ ਦਾ ਗਾਉਣ ਦਾ ਤਜਰਬਾ, ਇਹਨਾਂ ਦੀ ਕਲਾਕਾਰੀ ਦਾ ਤਜਰਬਾ ਹੈ। ਇਸ ਕਰਕੇ ਇਹਨਾਂ ਨੇ ਅੱਜ ਫੇਰ ਰੱਖਿਆ ਕਿ 2 ਨੁਮਾਇੰਦੇ ਸਾਡੇ ਨਾਲ ਗੱਲਬਾਤ ਅਸੀਂ ਕਿਹਦੇ ਨਾਲ ਕਰੀਏ, ਠੀਕ ਹੈ ਇਹਨਾਂ ਦੀ ਗੱਲ, ਸਾਡੇ ਚੋਂ ਕਿਹਦੇ ਨਾਲ ਕਰਨੇ, ਇਹਨਾਂ ਚੋਂ ਅਸੀਂ ਕਿਹਦੇ ਨਾਲ ਕਰੀਏ, ਤਾਲਮੇਲ ਕਿਵੇਂ ਵਹਾਈਏ। ਉਹ ਤਾਲਮੇਲ ਕਰਨ ਦੇ ਲਈ 2 ਮੈਂਬਰੀ ਇਹਨਾਂ ਦੀ ਜਿਹੜੀ ਕਮੇਟੀ ਆ, ਅਸੀਂ 15 ਵਾਲੀ ਮੀਟਿੰਗ ਦੇ ਵਿੱਚ ਉਹਨੂੰ ਵਿਚਾਰ ਕੇ ਅਗਲਾ ਫੈਸਲਾ ਫੇਰ ਸੁਣਾਵਾਂਗੇ। ਫਿਲਹਾਲ 1 ਹਫ਼ਤਾ ਅਸੀਂ ਇਹਨੂੰ ਤਜਰਬੇ ਦੇ ਤੌਰ ਤੇ ਕਿ ਕਿੰਨਾ ਕੁ ਸਾਡਾ ਇਕੱਠਾ ਚੱਲ ਰਿਹਾ ਹੈ, ਕਿੰਨਾ ਕੁ ਸਹਿਯੋਗ ਸਾਨੂੰ ਇਹ ਦਿੰਦੇ ਆ, ਇੱਕ ਅਸੀਂ ਤਜਰਬਾ ਕਰ ਰਹੇ ਹਾਂ 1 ਹਫ਼ਤੇ ਦਾ, ਉਸ ਤੋਂ ਬਾਅਦ ਅੱਗੇ ਫੇਰ ਚੱਲਾਂਗੇ। ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਦੋਂ ਤੱਕ ਜਾ ਸਕਦਾ ਕਿ ਤੁਸੀਂ ਉਹਨਾਂ ਦੇ ਨਾਲ ਫਿਰ ਤੋਂ ਕੋਈ ਟਰੈਕਟਰ ਰੈਲੀ ਦੇ ਵਿੱਚ ਸ਼ਾਮਲ ਹੋ? ਅੱਛਾ ਦੇਖੋ, ਇੱਕ ਤਾਂ ਗੱਲ ਮੈਂ ਪਹਿਲੀ ਕਲੀਅਰ ਕਰ ਦਵਾਂ, ਦੇਖੋ ਗਾਉਣੇ ਵਾਲੇ ਦਾ ਤਾਂ ਕੰਮ ਜਿਹੜਾ ਚੱਲਣਾ ਹੈ, ਰੁਜ਼ਗਾਰ ਸਾਡਾ ਹੈਗਾ, ਪ੍ਰੋਗਰਾਮ ਹੀ ਨੇ, ਸਾਡੇ ਕੋਲ ਤਾਂ ਸ਼ੋਅ ਨਹੀਂ ਜੀ, ਸਾਨੂੰ ਉਹਨਾਂ ਨੂੰ ਉਹ ਪੇਡ ਕਰਦੇ ਆ। ਹਾਂ, ਜੇ ਅਸੀਂ ਉਸ ਮੰਚ ਤੋਂ ਖੜੇ ਹੋ ਕੇ ਇਹ ਕਹੀਏ ਵੀ ਬਾਈ ਜੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ, ਫਿਰ ਤਾਂ ਇਹ ਤੁਹਾਡਾ ਸਵਾਲ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਪੱਖ 'ਚ ਜਾ ਕੇ ਖੜੇ ਹੋ। ਜੇ ਸਾਨੂੰ ਉੱਥੇ ਸਿਰਫ ਗਾਉਣ ਲਈ ਬੁਲਾਇਆ ਜਾਊਗਾ ਤਾਂ ਅਸੀਂ ਗਾਉਣ ਲਈ ਜਾਵਾਂਗੇ, ਪਰ ਅਸੀਂ ਕਦੇ ਵੀ ਨਿੱਜੀ ਤੌਰ ਤੇ ਕਿਸੇ ਬੰਦੇ ਨੂੰ ਇਹ ਨਹੀਂ ਕਵਾਂਗੇ ਜੀ ਤੁਸੀਂ ਇਹ ਸਾਡੇ ਭਰਾ ਨੇ ਜਾਂ ਇਹ ਸਾਡੇ ਆ ਫਲਾਣੀ ਪਾਰਟੀ ਨੇ, ਤੁਸੀਂ ਇਹਨਾਂ ਨੂੰ ਵੋਟਾਂ ਪਾਓ। ਪਹਿਲੀ ਗੱਲ ਆ, ਮੈਂ ਤਾਂ ਬਿਲਕੁਲ ਨਹੀਂ ਕਹੂੰਗਾ। ਦੂਜੀ ਗੱਲ ਇਹ ਆ ਵੀ ਜਿਹੜੀ ਪਹਿਲੀ ਕਾਂਗਰਸ ਦੀ ਰੈਲੀ ਵਾਲੀ ਤੁਸੀਂ ਗੱਲ ਕੀਤੀ ਹੈ, ਉਦੋਂ ਤੱਕ ਅਸੀਂ ਪ੍ਰੋਪਰ ਤੌਰ ਤੇ ਸਾਡੀ ਇੰਡਸਟਰੀ ਨੇ ਜਥੇਬੰਦੀਆਂ ਨੂੰ ਸਮਰਥਨ ਨਹੀਂ ਦਿੱਤਾ ਸੀਗਾ। ਹੁਣ ਅਸੀਂ ਜਥੇਬੰਦੀਆਂ ਨੂੰ ਜਿਸ ਦਿਨ ਦਾ ਸਮਰਥਨ ਦਿੱਤਾ ਉਦੋਂ ਤੱਕ ਇਹ ਨਿਭਾਉਂਦੇ ਆ ਰਹੇ ਹਾਂ। ਹੁਣ ਅੱਗੇ ਵੀ 15 ਤਰੀਕ ਤੱਕ ਸਾਡੀ ਸਾਰਿਆਂ ਨੇ ਜਿਹੜੀ ਰਾਇ ਕੀਤੀ ਹੈ, ਜਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਹੈ, ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਖੜਾਂਗੇ। 15 ਮੇਰਾ ਸਵਾਲ ਹੈ ਦੀਪ ਸਿੱਧੂ ਨੇ ਕਿਹਾ ਸੀ ਕਿ ਸਿੰਗਰਾਂ ਨੇ, ਗਵਈਆਂ ਨੇ ਮੇਰਾ ਬਾਈਕਾਟ ਕੀਤਾ ਹੈ, ਪਹਿਲਾ ਸਵਾਲ। ਦੂਜਾ ਸਵਾਲ ਕਿ ਜਿਵੇਂ ਇੱਕ ਜਥੇਬੰਦੀ ਸੁਪਰੀਮ ਕੋਰਟ ਗਈ ਹੈ, ਇਹਨਾਂ ਵੱਲੋਂ ਸਸਪੈਂਸ਼ਨ ਔਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ, ਕੀ ਦੀਪ ਸਿੱਧੂ ਵੀ ਅਲੱਗ ਗਏ ਨੇ, ਕਿ ਤੁਹਾਡੇ ਵੱਲੋਂ ਵੀ ਕੋਈ ਅਜਿਹੀ ਗੱਲ ਸੋਚੀ ਜਾ ਰਹੀ ਹੈ, ਵਿਚਾਰੀ ਜਾ ਰਹੀ ਹੈ? ਨਹੀਂ, ਬਿਲਕੁਲ ਜੀ। ਅਸੀਂ ਬਾਈ ਜੀ ਮੈਂ ਜਵਾਬ ਦੇਖੋ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ ਨੇ ਬੋਲਿਆ ਕਿ ਉਹ ਜੇ ਧਰਨਾ ਲਾ ਕੇ ਬੈਠੇ ਨੇ ਤਾਂ ਮੰਗਾ ਨਹੀਂ ਹੋ ਸਕਦਾ। ਸਰ ਮੇਰਾ ਪਹਿਲਾ ਸਵਾਲ ਉਹਨਾਂ ਦਾ ਮੋਟਿਵ ਤੇ ਉਹਨਾਂ ਦਾ ਨਿਸ਼ਾਨਾ ਜੋ ਹੈ ਉਹ ਬੇਸ਼ੱਕ ਵੱਖਰੇ ਨੇ। ਮੇਰਾ ਪਹਿਲਾ ਸਵਾਲ ਸੀ ਕਿ ਸਿੰਗਰਾਂ ਨੇ ਬਾਈਕਾਟ ਕੀਤਾ ਨਹੀਂ ਕੀਤਾ ਨਹੀਂ ਬਾਈਕਾਟ ਅਸੀਂ ਨਾ ਤਾਂ ਦੇਖੋ ਬਾਈ ਜੀ ਉਹਦਾ ਬਾਈਕਾਟ ਕੀਤਾ ਭਰਾ ਦਾ, ਉਹ ਵੀ ਸਾਡਾ ਭਰਾ ਹੈ, ਉਹ ਵੀ ਘਰੋਂ ਸੰਘਰਸ਼ ਕਰਨ ਲਈ ਨਿਕਲਿਆ ਹੈ ਤੇ ਵਿਚਾਰਕ ਮਤਭੇਦ ਮਾੜੇ ਮੋਟੇ ਨੇ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਗਲੇ ਹਫ਼ਤੇ ਤੱਕ ਸਾਡੀ ਕੋਸ਼ਿਸ਼ ਹੈ ਅਸੀਂ ਗੱਲਬਾਤ ਦੇ ਜਰੀਏ ਉਹ ਵੀ ਕਲੀਅਰ ਕਰ ਲਈਏ। ਸੋ ਦੂਜੀ ਗੱਲ ਇਹ ਹੈ ਵੀ ਜਿਹੜੀ ਜਥੇਬੰਦੀ ਨੇ ਉਹ ਪਟੀਸ਼ਨ ਪਾਈ ਹੈ, ਉਹ ਪ੍ਰਧਾਨ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਇਹਨਾਂ ਨੇ ਜੋ ਵੀ ਡਿਸੀਜਨ ਲਿਆ ਉਹਨਾਂ ਨੂੰ ਸਸਪੈਂਡ ਕਰਤਾ, ਤੇ ਅਗਲੀ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਉਹਨਾਂ ਬਾਰੇ ਪ੍ਰਧਾਨ ਸਾਹਿਬ ਦੱਸਣਗੇ। ਇੱਕ ਸਵਾਲ ਹੈ ਕਿ ਜਿੱਥੇ ਸ਼ੰਭੂ ਬਾਰਡਰ ਦੇ ਦੀਪ ਨੂੰ ਧਰਨਾ ਲਾਇਆ, ਉੱਥੇ ਨਾਲ ਇੱਕ ਹੋਰ ਪਾਰਟੀ ਨੇ ਧਰਨਾ ਲਾਇਆ ਹੋਇਆ, ਜੋ ਕਿਹੜੀ ਪਾਰਟੀ? ਖਾਲਿਸਤਾਨ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਧਰਨਾ ਲਾਇਆ। ਉਹ ਖਾਲਿਸਤਾਨ ਦਾ ਨਾਂ ਲੈਂਦੀ ਹੈ, ਬਾਹਰੋਂ ਵੀ ਅਜਿਹੇ ਬਿਆਨ ਆ ਰਹੇ ਨੇ ਕਿ ਝੰਡੇ ਚੜਾ ਦਿਓ, ਇੰਨੇ ਡਾਲਰ ਦੇਵਾਂਗੇ। ਸਿੰਗਰਾਂ ਦਾ ਕੀ ਨਜ਼ਰੀਆ ਆ? ਸਿੰਗਰ ਅਜਿਹੇ ਬਿਆਨਾਂ ਨੂੰ ਕਿਵੇਂ ਦੇਖਦੇ ਨੇ, ਜਾਂ ਜੋ ਇਹ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ ਆ ਬਾਹਰੋਂ, ਉਹਦੇ ਲਈ ਕੀ ਇਹਦੇ ਨਾਲ ਜਿਹੜਾ ਸਵਾਲ ਹੈ, ਦਰਅਸਲ ਕਿਸਾਨ ਜਿਹੜੇ ਅੰਦੋਲਨ ਹੋ ਰਹੇ ਨੇ, ਇਸ ਦੇ ਬਾਅਦ ਹੀ ਤਾਕਤਾਂ ਨਜ਼ਰ ਲੜਾਏ ਹੋਏ ਨੇ ਕਿ ਮਾਹੌਲ ਖਰਾਬ ਹੋ ਸਕੇ ਕਿਤੇ ਖਾਲਿਸਤਾਨ ਦੇ ਨਾਂ ਤੇ, ਜਾਂ ਫਿਰ ਜਿਸ ਤਰ੍ਹਾਂ ਨਾਲ ਝੰਡੇ ਲੈ ਕੇ ਪ੍ਰਲੋਭਨ ਦਿੱਤਾ ਜਾ ਰਿਹਾ ਕਿ ਆਪਾਂ $10,000 ਦੇਵਾਂਗੇ ਜੇ ਕੋਈ ਉੱਥੇ ਖਾਲਿਸਤਾਨ ਦਾ ਝੰਡਾ ਲਾ। ਅੱਛਾ, ਜਿਹੜਾ ਦੂਜਾ ਇਦਾਂ ਦੀ ਜਿਹੜੀ $10,000 ਵਾਲੀ ਗੱਲ ਹੈ ਜੀ, ਮੇਰੇ ਤੱਕ ਤਾਂ ਹਲੇ ਤੱਕ ਮੈਂ ਇਹਦੇ ਤੱਕ ਨਹੀਂ ਪਹੁੰਚੀ, ਪਰ ਧਰਨਾ ਜਿਹੜਾ ਉੱਥੇ ਜਿਹੜਾ ਸਾਡੇ ਤੋਂ ਅਲੱਗ ਹੋ ਕੇ ਭਰਾ ਨੇ ਸਾਡੇ ਨੇ ਲਾਇਆ, ਮੈਨੂੰ ਉਹਦੇ ਬਾਰੇ ਨੌਲੇਜ ਆ। ਬਾਕੀ ਕਿਸੇ ਪਾਰਟੀ ਦਾ ਉੱਥੇ ਧਰਨਾ ਹੈ, ਮੈਨੂੰ ਉਹਦੇ ਬਾਰੇ ਹਲੇ ਤੱਕ ਕੋਈ ਇਨਫੋਰਮੇਸ਼ਨ ਹੈ ਨਹੀਂ ਗੀ। ਦੇਖੋ ਇੱਕ ਮਿੰਟ ਦਰਸ਼ਨਪਾਲ, ਇੱਕ ਮਿੰਟ ਪ੍ਰੈਸ ਨੂੰ ਨਾ ਇਹ ਬਾਹਲਾ ਫਿਕਰ ਨਹੀਂ ਕਰਨਾ ਚਾਹੀਦਾ।
ਅਸੀਂ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਪ੍ਰੋਗਰਾਮ ਚਲਾ ਰਹੇ ਹਾਂ। ਸਾਰਾ ਸਾਡੀ ਬਿਆਨਤਬੰਦੀ ਹੈ। ਐਵੇਂ ਇੱਥੇ ਖਾਲਸਤਾਨ ਐ ਨਹੀਂ ਬਣਨ ਲੱਗਾ ਕਿ ਜਦੋਂ ਕਿਸੇ ਨੇ ਨਾਅਰੇ ਲਾਤੇ, ਇੱਕ ਵੱਖਰੀ ਵਿਚਾਰਧਾਰਾ ਇਹ, ਤੇ ਇਹ ਤੋਂ ਬੜਾ ਘਬਰਾਉਣਾ ਨਹੀਂ ਚਾਹੀਦਾ। ਸਭ ਨੇ ਅਸੀਂ ਸੰਤਾਪ ਹੰਢਾਇਆ, ਸਾਰੇ ਅਸੀਂ ਜਾਣਦੇ ਹਾਂ, ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਕਿਸਾਨ ਅੰਦੋਲਨ ਤੇ ਸੀਮਤ ਰੱਖੋ। ਮੇਰਾ ਖਿਆਲ ਤੁਸੀਂ ਨਾਲ ਜਾਓ ਗੀਤਕਾਰਾਂ ਨੂੰ, ਤੁਸੀਂ ਇਹਦਾ ਲਾਹਾ ਲੈ ਰਹੇ ਹੋ ਕਿ ਸ਼ਾਇਦ ਇਹ ਅਣਜਾਣ ਹੈ। ਇੱਧਰ ਨੂੰ ਨਾ ਤੁਰੋ ਤੁਸੀਂ। ਦੇਖੋ ਜੀ ਗੱਲ ਸੁਣੋ, ਤੁਸੀਂ ਪੰਜਾਬ ਦੇ ਬਾਕੀ ਸ਼ੰਭੂ ਬਾਰਡਰ ਚਲੇ ਜੀ 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 ਸ਼ੰਭੂ ਬਾਰਡਰ ਦੇ ਪਰਲੇ ਪਾਸੇ ਲਾਈਨਾਂ ਤੇ ਧਰਨਾ, ਤੁਸੀਂ ਜਾਓ ਬਠਿੰਡੇ ਤੋਂ ਸਾਰੇ ਟੋਲ ਪਲਾਜ਼ੇ ਮਿਲਣਗੇ, ਪੈਟਰੋਲ ਪੰਪ ਮਿਲਣਗੇ, ਆਲ ਓਵਰ ਪੰਜਾਬ ਚ ਸਭ ਜਗ੍ਹਾ ਲੋਕ ਬੈਠੇ, ਬਿਲਕੁਲ ਬਿਲਕੁਲ ਬੈਠੇ ਨੇ। ਹਰ ਜਗ੍ਹਾ ਪ੍ਰੈਸ ਕਰ ਰਹੀ ਹੈ ਜੀ। ਕਿਹੜੇ ਝੰਡੇ ਨੇ, ਕਿਹੜੇ ਨਾਰੇ ਨੇ, ਕਿਹੜੇ ਲੋਕ ਨੇ, ਕੀ ਉਹਨਾਂ ਦਾ ਨਿਸ਼ਾਨਾ ਹੈ ਉੱਥੇ। ਸਵਾਲ ਇਹ ਹੈ ਕਿ ਜਦੋਂ ਅਜਿਹੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਅਜਿਹੇ ਮਾਹੌਲ ਪੈਦਾ ਹੁੰਦੇ ਨੇ, ਤਾਂ ਐਮਰਜੈਂਸੀ ਵਰਗੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ। ਸਰਕਾਰਾਂ ਕਿੱਥੇ ਐਮਰਜੈਂਸੀ ਨੂੰ ਗੁੰਮਰਾਹ ਕਰ ਰਹੇ। ਫਿਲਹਾਲ ਕੋਈ ਅਜਿਹੀ ਹਾਲਤ ਨਹੀਂ, ਕੋਈ ਸਥਿਤੀ ਨਹੀਂ ਐਮਰਜੈਂਸੀ ਵਾਲੀ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ। ਇਸ ਗੱਲ ਨੂੰ ਠੀਕ ਲਾਈਨ ਤੇ ਜਿਹੜਾ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਹੈ ਤੇ ਅਸੀਂ ਇਹਦੇ ਵਿੱਚੋਂ ਸਫਲ ਹੋ ਕੇ ਨਿਕਲਾਂਗੇ। ਮੈਥ ਕੀ ਆਏ ਹੁੰਨੇ ਆ, ਮੈਥ ਕੀ ਆਉਨੇ ਆ ਪਰ ਕਿਉਂ ਯਾਰ ਮੈਨੂੰ ਬੋਲਣਾ ਯਾਰ ਮਿੱਥੇ ਕੀ ਸਵਾਲ ਤੁਸੀਂ ਮੈਂ ਉੱਤੇ ਵੀ ਗੱਲ ਬੋਲੀ ਸੀ, ਮੈਂ ਉੱਤੇ ਹੀ ਬੋਲੀ। ਤੁਸੀਂ ਮੂਸੇ ਦੇ ਘਰੇ ਜਾ ਪੁੱਛ ਲਓ, ਤੁਸੀਂ ਇੱਥੇ ਆਏ ਤੁਹਾਨੂੰ ਪੁੱਛ ਰਿਹਾ ਤੁਸੀਂ ਦਾ ਸਾਥ ਬਾਈ ਜੀ ਚਲੋ ਦੇ ਦਿਓ। ਉਹਨਾਂ ਦਾ ਜਿਹੜਾ ਤੁਸੀਂ ਕਹਿ ਰਹੇ ਉਹਨਾਂ ਕੋਲ ਪੁੱਛੋ। ਇੱਕ ਮਿੰਟ ਭਾਜੀ, ਤੁਸੀਂ ਜਵਾਬ ਦੇ ਦਿਓ ਇਹਦਾ ਕੋਈ। ਮੈਂ ਦੇਣ ਲੱਗਾ ਹਾਂ ਮੈਂ ਬਾਈ ਦੇਵ ਆਇਆ, ਦੇਖੋ ਅੱਜ ਬਾਈ ਦੇਵ ਆਇਆ, ਬਾਈ ਕਰਤਾਰ ਆਇਆ, ਉਹਨਾਂ ਦਾ ਸਮਰਥਨ ਸਾਰੀ ਇੰਡਸਟਰੀ ਦਾ ਸਾਡੇ ਨਾਲ ਹੈ ਜੀ। ਹਾਂਜੀ ਹਾਂਜੀ ਹੋ ਰਹੀ ਹੈ ਗੱਲਬਾਤ, ਸਾਰੀ ਇੰਡਸਟਰੀ ਨਾਲ ਗੱਲਬਾਤ ਹੋ ਰਹੀ ਹੈ। ਇਹ ਸਾਰੀ ਹੁਣ ਮੈਂ ਕਹਿੰਦਾ ਉਹ ਕਹਿ ਰਹੇ ਕਿ ਉਹਨਾਂ ਕੋਲ ਪੁੱਛ ਲਓ ਜਾ ਕੇ 31 ਜਥੇਬੰਦੀਆਂ ਆਈਆਂ ਨੇ, ਲੱਖਾਂ ਕਿਸਾਨ ਤਾਂ ਨਹੀਂ ਆ ਗਏ ਇੱਥੇ, ਆਏ ਤਾਂ 31 ਜਥੇਬੰਦੀਆਂ ਨੇ। ਬਿਲਕੁਲ ਤੁਸੀਂ ਉਹ ਤਾਂ ਹੀ ਅੱਛਾ ਇੱਕ ਮਿੰਟ ਮੇਰੀ ਗੱਲ ਉਹ ਸੁਣ ਤਾਂ ਲਓ ਜਵਾਬ ਦੇ ਦਿਓ। ਮੈਂ ਜਵਾਬ ਇਹ ਦੇ ਰਹੇ ਆ ਜਵਾਬ। ਅੱਛਾ ਸਵਾਲ ਐਕਸੈਪਟ ਕਰਿਆ ਕਰੋ। ਅੱਛਾ ਬਾਈ ਮੈਂ ਜਿਵੇਂ ਸਾਰੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਆ, ਉਹ ਖੜੀ ਅੱਛਾ ਤੁਸੀਂ ਦੱਸੋ ਮੇਰੀ ਗੱਲ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਯਾਰ ਤੁਸੀਂ ਘੱਟੋ ਘੱਟ ਜਿਹੜਾ ਮੀਡੀਆ ਹੈਗਾ, ਇੱਥੋਂ ਦਾ ਮੀਡੀਆ, ਉਹਦਾ ਸਾਥ ਦਿਓ ਯਾਰ। ਭਾਈ ਸਾਥ ਮੇਰੀ ਗੱਲ ਸੁਣੋ, ਤੁਸੀਂ ਉਸ ਦਿਨ ਵੀ ਮੀਟਿੰਗ ਦੇ ਵਿੱਚ ਵੀ ਆਹ ਹੁੰਦਾ ਜੀ, ਉਹ ਹੁੰਦਾ ਜੀ, ਹੈ ਨਾ। ਪਰ ਮੈਥੋਂ ਮੇਰਾ ਕਿਦੋਂ ਰਿਹਾ ਨਹੀਂ ਜਾਂਦਾ, ਬੋਲਿਆ ਜਾਂਦਾ। ਤੁਸੀਂ ਹੁਣ ਕਹਿੰਦਾ ਵੀ ਯਾਰ ਮੂਸੇ ਵਾਲਾ ਨਹੀਂ ਆਇਆ ਜਾਂ ਕੋਈ ਹੋਰ ਨਹੀਂ ਆਇਆ, ਤੁਸੀਂ ਇਹ ਗੱਲ ਮੂਸੇ ਨੂੰ ਵੀ ਪੁੱਛ ਸਕਦੇ ਭਾਈ ਤੂੰ ਕਿਉਂ ਨਹੀਂ ਜਾਂਦਾ। ਪਰ ਉਹਨਾਂ ਦਾ ਸਮਰਥਨ ਸਾਡੇ ਨਾਲ ਹੈ। ਕੋਈ ਨਿੱਜੀ ਕੀ ਰਾਇ ਆ ਉਹ ਦੇ ਸਕਦਾ। ਹੁਣ ਉਹਦੇ ਬਾਰੇ ਕਲਾਕਾਰ ਬੈਠੇ ਕੀ ਦੱਸ ਸਕਦੇ ਜੀ। ਸਾਰੀ ਇੰਡਸਟਰੀ ਸਮਰਥਨ ਸਾਡੇ ਨਾਲ ਹੈ। ਘਰੇਲੂ ਪ੍ਰੋਬਲਮ ਹੋ ਗਿਆ ਦੇਵ ਬਾਈ ਅੱਜ ਕਰਤਾਰ ਬਾਈ ਅੱਜ ਤਾਂ ਕਰਕੇ ਤੁਹਾਨੂੰ ਸਵਾਲ ਪੁੱਛਿਆ ਸਾਨੂੰ। ਹੁਣ ਤੁਸੀਂ ਅੰਮ੍ਰਿਤਮਾਨ ਦੀ ਗੱਲ ਕੀਤੀ, ਤੁਸੀਂ ਅੰਮ੍ਰਿਤਮਾਨ ਦੀ ਗੱਲ ਕੀਤੀ। ਬਾਈ ਦਾ ਪ੍ਰੋਪਰ ਤੌਰ ਤੇ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਹੈ, ਉਹ ਕਹਿੰਦੇ ਵੀ ਤੁਸੀਂ ਜੋ ਕਰ ਰਹੇ ਹੋ ਬਹੁਤ ਵਧੀਆ, ਕਿਉਂਕਿ ਦੇਖੋ ਹਰ ਇੱਕ ਬੰਦੇ ਨੂੰ ਓਨੀ, ਚਲੋ ਠੀਕ ਆ ਸਾਰੇ ਭਰਾ ਨੇ ਧਰਨਿਆਂ ਤੇ ਵੀ ਜਾਂਦੇ ਨੇ, ਕੋਈ ਕਿਤੇ ਬਿਜ਼ੀ ਹੈ, ਕੋਈ ਕਿਤੇ ਬਿਜ਼ੀ ਹੈ, ਪਰ ਪੂਰਨ ਤੌਰ ਤੇ ਜਿਹੜੀ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਵੀ ਸਾਡਾ ਸਮਰਥਨ ਪੂਰੇ ਤੌਰ ਤੇ ਤੁਹਾਡੇ ਨਾਲ ਆ, ਇੰਡਸਟਰੀ ਦੇ ਨਾਲ ਹੈ। ਛੋਟੀ ਹੈਡਲਾਈਨ ਪਤਾ ਕੀ ਹੁੰਦੀ ਹੈ? ਅੰਦੋਲਨ ਹੋਇਆ ਦੋਫਾੜ ਜੀ, ਉਹਨੇ ਆਪਦਾ ਬਾਈਕਾਟ ਕੀਤਾ। ਜਾਣ ਵੇਲੇ ਹੈਡਲਾਈਨ ਜੋੜਿਆ ਕਰੋ ਸਾਨੂੰ। ਅੱਛਾ ਇੱਕ ਇਹ ਦੱਸ ਦਿਓ, ਇੱਕ ਹੈਡਲਾਈਨ ਬਾਈ, ਇੱਕ ਹੈਡਲਾਈਨ ਉਹ ਕਿਹਨੇ ਲਾਈ ਸੀ ਵੀ ਜੱਸਬਾਜੀ ਵੇ ਨੇ ਕਿਹਾ ਦਨਾਲੀਆਂ ਚੱਕ ਲਓ, ਵੀ ਇਹ ਇਦਾਂ ਗੱਲ ਨਹੀਂ ਬਣਨੀ। ਮੈਂ ਕਿਸੇ ਨੂੰ ਨਹੀਂ ਕਿਹਾ ਦਨਾਲੀਆਂ ਚੱਕ ਲਓ। ਇਹ ਜੀ ਹੈਡਲਾਈਨ ਨਾ ਬਣਾ ਕੇ ਪੇਸ਼ ਕਰਿਆ ਕਰੋ। ਕਲਾਕਾਰਾਂ ਦਾ ਮਕਸਦ ਤਾਂ ਇੰਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਬਾਰੇ ਪਾਇਆ ਹੋਇਆ ਸਾਰਿਆਂ ਨੇ A to Z ਸੰਮਤ ਕਰੋ। ਆਪਾਂ ਮੁੱਦੇ ਤੇ ਆ ਜਾਓ, ਆਪਾਂ ਮੁੱਦੇ ਤੇ ਆ ਜਾਓ, ਆਪਾਂ ਬਿਲਾਂ ਤੇ ਆ ਜਾਓ ਬਾਈ। ਹੈਲੋ ਪਲੀਜ਼ ਬੇਨਤੀ ਆ ਸਾਰਿਆਂ ਨੂੰ ਕਿ ਬੜੀ ਚਰਚਾ ਹੋ ਗਈ ਆ ਤੇ ਇਹਨੂੰ ਆਪਾਂ ਸਮ ਅਪ ਕਰਦੇ ਆ। ਮੈਂ ਪ੍ਰਧਾਨਗੀ ਕੀਤੀ ਅੱਜ ਦੀ ਮੀਟਿੰਗ ਦੇ ਵਿੱਚ। ਸਮਾਂ ਹੁੰਦਾ ਕੋਈ ਪ੍ਰੈਸ ਕਾਨਫਰੰਸ ਦਾ, ਜੋ ਸਵਾਲ ਤੁਸੀਂ ਕੀਤੇ ਹੈ ਜਵਾਬ ਦਿੱਤੇ ਇਹਨਾਂ ਨੇ ਦਿੱਤਾ। ਹੈਡਲਾਈਨ ਛੋਟੀ ਇਹ ਜਾਣੀ ਚਾਹੀਦੀ ਹੈ ਕਿ ਅੱਜ ਕਾਲੇ ਕਾਨੂੰਨਾਂ ਨੂੰ ਲੈ ਕੇ, ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੂਰਾ ਪੰਜਾਬ ਦੇ ਕਲਾਕਾਰ, ਪੰਜਾਬ ਦੀਆਂ ਜਥੇਬੰਦੀਆਂ ਇਕਜੁੱਟ ਹੋ ਗਏ।
ਤੇ ਮੀਡੀਆ ਉਹਦੇ ਨਾਲ ਹੈ, ਇਹ ਵੀ ਪਾ ਦਿਆ ਕਰੋ ਵਿੱਚ। ਧੰਨਵਾਦ ਸਾਰਿਆਂ ਦਾ ਧੰਨਵਾਦ।